ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 11th ਕਲਾਸ ਦੇ ਸਟੂਡੈਂਟਸ ਦੇ ਲਈ ਹੈ। 11ਵੀਂ ਕਲਾਸ ਦੇ ਸਟੂਡੈਂਟਸ ਦੇ ਲਈ ਅਸੀਂ ਮੈਥਮੈਟਿਕਸ ਦਾ ਸੈਂਪਲ ਪੇਪਰ ਜਿਹੜਾ ਹੈ ਸਤੰਬਰ ਟੈਸਟ ਦਾ ਉਹ ਸੋਲਵ ਕਰਾਂਗੇ। ਟੋਟਲ ਸਾਡੇ ਕੋਲ 20 ਕੁਐਸਚਨਸ ਹੈ। ਇਹਦੇ ਵਿੱਚ ਇੱਕ ਇੱਕ ਕੁਐਸਚਨ ਕਰਕੇ ਆਪਾਂ ਸਾਰੇ ਕੁਐਸਚਨ ਜਿਹੜੇ ਉਹ ਸਿੰਪਲੀਫਾਈ ਕਰਾਂਗੇ। ਤਾਂ ਹਰ ਇੱਕ ਕੁਐਸਚਨ ਨੂੰ ਬਹੁਤ ਧਿਆਨ ਦੇ ਨਾਲ ਤੁਸੀਂ ਦੇਖਣਾ ਹੈ ਤੇ ਜੋ ਚੀਜ਼ ਜਿੱਥੇ ਲੱਗਦੀ ਹੈ ਉਹ ਹਰ ਚੀਜ਼ ਨੂੰ ਨਾਲ ਨੋਟ ਵੀ ਕਰਨਾ ਹੈ। ਠੀਕ ਹੈ, ਆਬਜੈਕਟਿਵ ਟਾਈਪ ਕੁਐਸਚਨ ਨੇ ਸਾਰੇ, मतलब हर एक क्वेश्चन के 4 ऑप्शन सानू जिहड़ियां दित्तियां होणगियां ते वो चारां दे विचों सही ऑप्शन जिहड़ी है वो असीं सिलेक्ट करनी होएगी। ते जिहड़ा सितंबर टेस्ट आएगा वो भी सानू बिल्कुल इसे ढंग दे नाल आएगा जिहड़ा असीं मोबाइल दे उत्ते या लैपटॉप दे उत्ते जिवें भी अटैम्प्ट करना है। ठीक है, तो आओ शुरू करते हैं 11th क्लास का मैथमैटिक्स का सैंपल पेपर सितंबर टेस्ट 2020-21। ठीक है, सब्जेक्ट मैथमैटिक्स। टोटल मार्क्स ਜਿਹੜੇ मैक्सिमम ਇਹਦੇ ਹੈਗੇ ਨੇ ਉਹ 40 ਮਾਰਕਸ ਨੇ। तो फर्स्ट क्वेश्चन ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, if A and B are two sets then A cross B is equal to A cross A if and only if। ਇਹ ਚਾਰ ਆਪਸ਼ਨਸ ਨੇ, ਇਹਦੇ ਚਾਰਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜਿਹਦੇ ਲਈ ਸਾਡੇ ਕੋਲ ਇਹ ਵਾਲਾ ਕਥਨ ਜਿਹੜਾ ਹੈ ਉਹ ਸਹੀ ਹੋਏਗਾ। ਜਦੋਂ ਅਸੀਂ A क्रॉस B ਜਾਂ B क्रॉस A ਦੀ ਗੱਲ ਕਰਦੇ ਹਾਂ ਇਹ ਸਾਡੇ ਕੋਲ ਇਨ ਜਨਰਲ ਜਿਹੜਾ ਹੈ ਉਹ ਬਰਾਬਰ ਨਹੀਂ ਹੁੰਦਾ। ਫੋਰ ਐਗਜ਼ਾਮਪਲ ਅਗਰ ਅਸੀਂ ਮੰਨ ਲੈਂਦੇ ਕਿ A ਸੈੱਟ ਸਾਡੇ ਕੋਲ ਹੈ 1,2, ਠੀਕ ਹੈ, ਤੇ B ਜਿਹੜਾ ਸੈੱਟ ਹੈ ਉਹ ਸਾਡੇ ਕੋਲ ਹੈ 2,3। ਠੀਕ ਹੈ, तो ਜਦੋਂ ਅਸੀਂ A क्रॉस B ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੇ ਸਾਡੇ ਕੋਲ ਪੇਅਰਸ ਬਣਨਗੇ ਆਰਡਰਡ ਪੇਅਰਸ ਉਹ ਕੀ ਬਣਨਗੇ 1,2 1,3 2,2 ਤੇ 2,3। ਠੀਕ ਹੈ, ਇਹ ਜਦੋਂ ਅਸੀਂ ਬਣਾਉਣੇ ਹੁੰਦੇ ਦਾ ਮਤਲਬ ਕਿ A क्रॉस B ਦਾ ਮਤਲਬ ਜਿਹੜੇ ਪੇਅਰ ਬਣਨਗੇ ਉਹਦੇ ਵਿੱਚ ਜਿਹੜਾ ਫਰਸਟ ਐਲੀਮੈਂਟ ਹੈ ਉਹ ਸਾਡੇ ਕੋਲ ਆਏਗਾ A ਸੈੱਟ ਦੇ ਵਿੱਚੋਂ ਤੇ ਜਿਹੜਾ ਸੈਕੰਡ ਐਲੀਮੈਂਟ ਹੈ ਉਹ ਆਏਗਾ B ਦੇ ਵਿੱਚੋਂ। ਠੀਕ ਹੈ, ਤਾਂ ਫਰਸਟ ਅਸੀਂ ਇਹਦੇ ਵਿੱਚੋਂ 1 ਲਿਆ, ਸੈਕੰਡ ਇਹਦੇ ਵਿੱਚੋਂ ਸੈਕੰਡ ਦੇ ਵਿੱਚੋਂ 2 ਲੈ ਲਿਆ, ਫਰਸਟ ਚੋਂ 1 ਲਿਆ, ਸੈਕੰਡ ਚੋਂ 3 ਲਿਆ। ਠੀਕ ਹੈ, ਇਸੇ ਤਰ੍ਹਾਂ ਫਿਰ ਫਰਸਟ ਦੇ ਵਿੱਚੋਂ ਅਸੀਂ 2 ਜਦੋਂ ਲਿਆ ਤਾਂ ਸੈਕੰਡ ਦੇ ਵਿੱਚੋਂ ਇੱਕ ਵਾਰ 2 ਲਵਾਂਗੇ, A ਦੇ ਵਿੱਚੋਂ 2 ਲਿਆ ਤੇ B ਦੇ ਵਿੱਚੋਂ ਵੀ 2। ठीक है, 2 2 ਤੇ ਫਿਰ ਉਸ ਤੋਂ ਬਾਅਦ 2 3। ਇਸ ਢੰਗ ਦੇ ਨਾਲ ਸਾਡੇ ਕੋਲ ਇਹ ਚਾਰ ਆਰਡਰਡ ਪੇਅਰਸ ਜਿਹੜੇ A क्रॉस B ਦੇ ਵਿੱਚ ਬਣ ਜਾਂਦੇ। ਠੀਕ ਹੈ, ਹੁਣ ਅਗਰ ਅਸੀਂ ਗੱਲ ਕਰੀਏ B क्रॉस A ਦੀ, B क्रॉस A ਨੂੰ ਮੈਂ ਪਹਿਲਾਂ ਸੈੱਟ ਜਿਹੜੇ ਇੱਥੇ ਲਿਖ ਲੈਣੇ B ਸਾਡੇ ਕੋਲ ਹੈਗਾ ਉਹ ਫਿਰ ਸਮਝਣਾ ਸੌਖਾ ਰਹੇਗਾ ਤੁਹਾਡੇ ਵਾਸਤੇ। 2,3 ਤੇ A ਸਾਡੇ ਕੋਲ ਸੈੱਟ ਹੈ 1,2 ਔਰ ਇਹਦੇ ਜਦੋਂ ਅਸੀਂ ਹੁਣ ਇਹਦਾ ਪ੍ਰੋਡਕਟ ਜਿਹੜਾ ਦੇਖਾਂਗੇ ਉਹ ਸਾਡੇ ਕੋਲ 2 ਦਾ ਪਹਿਲਾਂ ਇੱਕ ਨਾਲ ਪੇਅਰ ਬਣੇਗਾ 2,1, ਫਿਰ ਆਏਗਾ 2,2, फिर आएगा 3,1 और फिर आएगा 3,2। ठीक है, ये साडे कोल सैट बन जाता है। तो A क्रॉस B और B क्रॉस A दे विच आपां देख सकते हैं ये विच साडे कोल है 1,2 और दूसरे सैट दे विच साडे कोल है 2,1। हुण 1,2 ये विच है ही नहीं। ठीक है, 2,1 ये है, ये 2,1 नहीं है। सो आपां जदों एलीमेंट साडे कोल डिफरेंट हैगे तो A क्रॉस B जिहड़ा है वो साडे कोल B क्रॉस A दे इक्वल नहीं हुंदा। ठीक है, तो A क्रॉस B ਤੇ B क्रॉस A ਨੂੰ ਇਕੁਅਲ ਹੋਣ ਦੇ ਲਈ ਕੀ ਕੰਡੀਸ਼ਨ ਹੈ ਕਿ ਇਹ ਦੋਨੋਂ ਇਕੁਅਲ ਹੋ ਜਾਣ। ਇਹ ਸਿਰਫ ਉਦੋਂ ਇਕੁਅਲ ਹੁੰਦਾ ਜਦੋਂ A ਤੇ B ਦੋਨਾਂ ਦੀ ਵੈਲਿਊ ਸਾਡੇ ਕੋਲ ਜਿਹੜੀ ਇਕੁਅਲ ਹੋਏਗੀ। A ਤੇ B ਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟਸ ਆ ਉਹ ਸੇਮ ਹੋਣਗੇ ਤੇ ਇਕੁਅਲ ਸੈਟਸ ਜਦੋਂ ਇਹ ਸਾਡੇ ਕੋਲ ਦੋਨੋਂ ਹੋਣਗੇ A ਔਰ B ਦੇ ਵਿੱਚ ਜਿਹੜੇ ਐਲੀਮੈਂਟਸ ਹੈ ਉਹ ਸਾਰੇ ਦੋਨੋਂ ਬਿਲਕੁਲ ਇਕੁਅਲ ਹੋਣਗੇ। ਫॉर एग्जांपल ਅਗਰ ਮੈਂ A ਨੂੰ ਲੈ ਲਾਂ ਇੱਥੇ A, B तो B भी जेकर A, B है तो फिर ਇਹਦਾ ਜਦੋਂ ਅਸੀਂ क्रॉस प्रोडक्ट देखांगे ਤਾਂ ਸਾਡੇ ਕੋਲ A क्रॉस B जो है वो B क्रॉस A ਦੇ ਇਕੁਅਲ ਬਣੇਗਾ, ਅਦਰਵਾਈਜ਼ ਨਹੀਂ ਬਣੇਗਾ। ਠੀਕ ਹੈ, तो ਇਹਦੇ ਵਿੱਚ ਜਿਹੜੀ ਆਪਸ਼ਨ C ਹੈ ਉਹ ਸਾਡੇ ਕੋਲ ਬਿਲਕੁਲ ਸਹੀ ਹੈ। ਠੀਕ ਹੈ, ਨੈਕਸਟ ਕੁਐਸਚਨ ਸਾਡੇ ਕੋਲ ਹੈ the third term of a GP is 3 then the product of first 5 terms is what। ਹੁਣ ਜਦੋਂ ਅਸੀਂ GP ਲਿਖਦੇ ਹਾਂ, GP ਦਾ ਮਤਲਬ ਹੈ ਜਿਓਮੈਟ੍ਰਿਕ ਪ੍ਰੋਗਰੈਸ਼ਨ। ਜਿਓਮੈਟ੍ਰਿਕ ਪ੍ਰੋਗਰੈਸ਼ਨ ਦੇ ਵਿੱਚ ਸਾਡੇ ਕੋਲ ਜਿਵੇਂ 10th ਦੇ ਵਿੱਚ ਆਪਾਂ ਅਰਥਮੈਟਿਕ ਪ੍ਰੋਗਰੈਸ਼ਨ ਕੀਤੀ ਸੀ ਇਹਦੇ ਵਿੱਚ ਸਾਡੇ ਕੋਲ ਜਿਓਮੈਟ੍ਰਿਕ ਪ੍ਰੋਗਰੈਸ਼ਨ ਵੀ ਨਾਲ ਆ ਜਾਂਦੀ ਹੈ। ਜਿਓਮੈਟ੍ਰਿਕ ਪ੍ਰੋਗਰੈਸ਼ਨ ਦੇ ਵਿੱਚ ਜਿਹੜਾ ਕਾਮਨ ਰੇਸ਼ੋ ਹੈ ਉਹ ਸੇਮ ਰਹਿੰਦੀ ਹੈ। ਜਿਵੇਂ AP ਦੇ ਵਿੱਚ ਅਸੀਂ ਸੇਮ ਨੰਬਰ ਐਡ ਕਰਦੇ ਜਾਂਦੇ ਅਗਲੀਆਂ ਟਰਮਸ ਬਣਦੀਆਂ ਹੈ ਤਾਂ GP ਦੇ ਵਿੱਚ ਸੇਮ ਟਰਮ ਦੇ ਨਾਲ ਅਸੀਂ ਮਲਟੀਪਲਾਈ ਕਰਦੇ ਜਾਂਦੇ ਤਾਂ ਸਾਡੇ ਕੋਲ ਅਗਲੀਆਂ ਟਰਮਸ ਬਣ ਜਾਂਦੀਆਂ। ਜਿਵੇਂ ਅਗਰ AP ਦੀ ਗੱਲ ਕਰੀਏ ਸਾਡੇ ਕੋਲ ਹੁੰਦਾ A, ਫਿਰ ਸਾਡੇ ਕੋਲ A+D, ਫਿਰ A+2D ਐਵੇਂ ਆਪਾਂ ਲਿਖਦੇ ਹੁੰਦੇ ਹਾਂ। ਠੀਕ ਹੈ, तो GP ਇਹ ਸਾਡੇ ਕੋਲ AP ਹੈ ਔਰ GP ਦੇ ਵਿੱਚ ਜਿਹੜੀਆਂ ਟਰਮਸ ਨੇ ਸਾਡੇ ਕੋਲ ਉਹ ਕਿਵੇਂ ਹੁੰਦੀਆਂ। ਫਰਸਟ ਟਰਮ ਸਾਡੇ ਕੋਲ A, ਫਿਰ ਸਾਡੇ ਕੋਲ ਆਏਗੀ AR। ਇਹ ਕਾਮਨ ਰੇਸ਼ੋ R ਨੂੰ ਅਸੀਂ ਮਲਟੀਪਲਾਈ ਕਰਦੇ ਜਾਵਾਂਗੇ ਤਾਂ ਅਗਲੀ ਟਰਮ ਜਿਹੜੀ ਸਾਡੇ ਕੋਲ ਬਣਦੀ ਜਾਏਗੀ। ਠੀਕ ਹੈ, R ਦੀ ਪਾਵਰ ਪਹਿਲੇ 0 ਹੈ, ਫਿਰ 1 ਹੈ, ਫਿਰ 2 ਹੈ, ਇਹ ਸਾਡੇ ਕੋਲ R³ ਹੋ ਜਾਏਗਾ।
और नैक्सट टर्म ਦੇ ਵਿੱਚ ਸਾਡੇ ਕੋਲ r रेज़ टू पावर 4 हो गया a r रेज़ टू पावर 4 ਜਿਹੜੀ ਜਨਰਲ ਟਰਮ ਹੁੰਦੀ ਸਾਡੇ ਕੋਲ ਇਹਦੇ ਵਿੱਚ ਉਹ ਹੁੰਦੀ ਹੈ a r रेज़ टू पावर n-1 ठीक है। तो जीपी ਦੀਆਂ ਫਰਸਟ 5 ਟਰਮਸ ਅਗਰ ਅਸੀਂ ਦੇਖਣੀਆਂ ਹੋਣ ਤਾਂ ਇਹ ਸਾਡੇ ਕੋਲ ਬਣਨੀਆਂ ਨੇ ठीक है। ਇਹਦੇ ਵਿੱਚੋਂ ਜਿਹੜੀ ਥਰਡ ਟਰਮ ਹੈ ਉਹ ਸਾਨੂੰ ਦਿੱਤੀ ਹੋਈ ਹੈ थर्ड term is 3 that means a r raised to power 2 equals to 3 ये सानू given है ठीक है ओके। थर्ड टर्म हुन पहलियां 5 टर्म्स का प्रोडक्ट सानू पूछा हुआ then the product of first 5 terms is तो पहलियां ये 5 टर्म्स है इन्हां दा असीं प्रोडक्ट जिहड़ा वो देख लेने p equals to या p नहीं भी लिखते आपां सिंपली प्रोडक्ट जिहड़ा करके देख लेने a into ar into AR square into AR cube into AR raised to power 4 तो 5 बार इत्थे A आ रहा तो A raised to power 5 हो गया R साडे कोल इत्थे आ रहा है R raised to power 2 R raised to power 3 R raised to power 4 ये सारियां बेस सेम है तो पावर्स ऐड हो जाएंगी 4 3 7 7 2 9 ते 1 10 R raised to power 10 ठीक है। तो इनू असीं लिख सकते हैं A R raised to power 2 और इसकी पावर असीं कर देने 5 ठीक है ना क्योंकि ब्रैकेट जो असीं हटावांगे तो a रेज़ टू पावर 5 हो जाएगा और r रेज़ टू पावर 2 है तो इसकी पावर जो 5 करांगे साडे कोल 5 दूनी 10 हो जाएगा वापस a रेज़ टू पावर 5 r रेज़ टू पावर 10 हो जाएगा ठीक है। और a r स्क्वायर की वैल्यू जी सानू दी हुई है क्वेश्चन के 3 है तो ये असीं 3 वैल्यू जी इत्थे फिल कर देंगे तो साडे कोल 3 रेज़ टू पावर 5 हो गया ठीक है। तो 3 की घात 5 3 रेज़ टू पावर 5 इनू जो सिंपलीफाई करोगे तो ये तुहाडे कोल बन जाएगा 243 ठीक है। 3 तिया 9 9 तिया 27 27 तिया 81 81 नूं 3 नाल गुणा करांगे तो 243 बनता है ठीक है। तो डी ऑप्शन जी है वो साडे कोल इस सवाल दी बिल्कुल सही है। नैक्सट क्वेश्चन साडे कोल है विच टर्म ऑफ द सीक्वेंस 4 9 14 19 इज 24 ये साडे कोल सीक्वेंस एक दी हुई है। तो पहले तो असीं सीक्वेंस देख लीए साडे कोल सीक्वेंस जी है कि ये AP है या ये साडे कोल GP है। तो ये असीं देख सकते हैं साडे कोल कॉमन डिफरेंस जिहड़ा वो सेम बनता पाया 9 - 4 करांगे वो साडे कोल 5 बनेगा 14 - 9 जे करते हैं वो भी साडे कोल 5 बनता है तो 19 - 14 करते हैं ये भी साडे कोल 5 बनता है ठीक है। इसका मतलब ये साडे कोल AP है इट्स एन AP और AP दी जिहड़ी nth टर्म हुंदी है उहदा साडे कोल फार्मूला की हुंदा है AN = A + n - 1D ठीक है। ਹੁਣ ਇਸ क्वेश्चन ਦੇ ਵਿੱਚ ਹੈ ਕਿ which term of the sequence is 24 ਤਾਂ ਆਪਾਂ ਮੰਨ ਲਾਂਗੇ let nth term of the sequence is 24 ਠੀਕ ਹੈ। तो क्योंकि ਇਹ ਸਾਡੇ ਕੋਲ ऑब्जेक्टिव क्वेश्चंस ਹੈ ਇਹਨੂੰ ਆਪਾਂ डिटेल ਦੇ ਵਿੱਚ ਕਰਨਾ ਨਹੀਂ ਹੈ ਜਿਵੇਂ ਆਪਾਂ ਸਬਜੈਕਟਿਵ ਵਿੱਚ ਕਰਦੇ ਹਾਂ ਇਹਨੂੰ ਥੋੜਾ ਬਹੁਤ ਸਮਝਾ ਦੇਣਾ ਮੈਂ तो बट ਜਦੋਂ ਅਸੀਂ ਸਬਜੈਕਟਿਵ ਪੇਪਰ ਦੇ ਵਿੱਚ ਕਰਾਂਗੇ ਫਿਰ ਪ੍ਰੋਪਰ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਮੈਂਸ਼ਨ ਕਰਨੀਆਂ ਪੈਂਦੀਆਂ ਨੇ ठीक है। तो let nth term of the given sequence is 24 of the given sequence is 24 ठीक है जी। तो ਇਹਦਾ मतलब an = 24 है और an ਦੀ वैल्यू ਸਾਡੇ ਕੋਲ ਕੀ ਹੁੰਦੀ ਹੈ a + n - 1 d = 0 सॉरी 0 नहीं आएगा ਇੱਥੇ 24 आएगा। तो a ਦੀ वैल्यू ਸਾਨੂੰ क्वेश्चन ਦੇ ਵਿੱਚ देख सकते हैं फर्स्ट टर्म ਜਿਹੜੀ ਸਾਡੇ ਕੋਲ 4 है तो ਇੱਥੇ 4 आ जाएगा n ਦੀ वैल्यू ਅਸੀਂ पता करनी है ठीक है। d ਸਾਡੇ ਕੋਲ कॉमन डिफरेंस ਜਿਹੜਾ है वो 5 है ठीक है। ਇੱਥੇ d ਲਿਖਣਾ ਤੇ ਇਹਨੂੰ ਅਸੀਂ ਬ੍ਰੈਕਟ ਦੇ ਵਿੱਚ ਪਾ ਸਕਦੇ ਹਾਂ तो ਹੁਣ ਇਹਨੂੰ ਸਿੰਪਲੀਫਾਈ ਕਰਾਂਗੇ तो ਸਾਡੇ ਕੋਲ 5 ਦੀ वैल्यू ਜਿਹੜੀ ਉਹ ਆ ਜਾਏਗੀ तो n - 1 * 5 = 4 ਨੂੰ ਮਾਈਨਸ ਕਰੋ 24 ਚੋਂ 20 ਬਚੇਗਾ n - 1 फिर 5 ਦੇ ਨਾਲ ਡਿਵਾਈਡ ਕਰ ਦੋ ਇਹ ਸਾਡੇ ਕੋਲ 4 ਆਏਗਾ तो n = 4 + 1 = 5 ठीक है। ਇਹਦਾ मतलब इस n5 तो ये जी सीक्वेंस सानू दी गई है ये 5th टर्म जी है वो साढ़े को 24 है। वैसे भी इतने असीं देख ही सकते हैं 5 ऐड किए सी तो 9 बन गया फिर 5 ऐड किए 14 5 ऐड किए 19 5 ऐड करांगे तो अगला नैक्सट टर्म 24th जी साढ़े को 24 बन जाएगा ना 5th टर्म साढ़े को बन जाएगी ठीक है। तो इस ढंग के नाल इहनूं असीं कर सकते हैं तो ए ऑप्शन जी इहदी बिल्कुल सही है। इस तो बाद अगला क्वेश्चन है इफ A इज सबसेट ऑफ B then A यूनियन B इज इक्वल टू हुण अगर A B का सबसेट है ਇਹਦਾ मतलब अगर मैं ये मान ला कि मेरे को B है तो A अगर ਇਹਦਾ सबसेट है दैट मीनस A लाइज विद इन दिस है ना A ਇਹਦੇ अंदर बिल्कुल अंदर आएगा ਇਹ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਇਹਦੀਆਂ ਸਾਰੀਆਂ ਜਿਹੜੀਆਂ एलिमेंट्स ਹੈਗੇ ਸਾਰੇ ਮੈਂਬਰਸ ऑफ B ਦੇ ਵੀ ਮੈਂਬਰਸ ਹੈ A इज सबसेट ऑफ B ठीक है। तो ਹੁਣ अगर ਅਸੀਂ A यूनियन B करांगे भी तो ਇੱਥੇ ਸਾਨੂੰ ਸਾਫ਼ ਦਿਸਦਾ है तो ਇਹ ਸਾਡੇ ਕੋਲ B ਬਚੇਗਾ ठीक है ना।
क्योंकि अगर हम ਅਸੀਂ ਗੱਲ ਕਰੀਏ ਪੰਜਾਬ ਜਿਹੜਾ ਉਹ ਭਾਰਤ ਦੇ ਵਿੱਚ ਹੈ तो ਪੰਜਾਬ ਦੀ ਤੇ ਭਾਰਤ ਦੀ यूनियन ਕਰਾਂਗੇ ਇਕੱਠਾ ਹੋ ਕੇ ਸਾਡੇ ਕੋਲ ਭਾਰਤ ਹੀ ਰਹੇਗਾ ਅਲੱਗ ਤਾਂ ਕੁਝ ਬਣਨਾ ਨਹੀਂ ਕਿਉਂਕਿ ਪੰਜਾਬ ਤੇ ਪਹਿਲਾਂ ਹੀ ਭਾਰਤ ਦਾ ਹਿੱਸਾ ਹੈ ਠੀਕ ਹੈ तो A यूनियन B इक्वल्स टू B तो ਇਹਦਾ ਉੱਤਰ ਜਿਹੜਾ ਸਾਡੇ ਕੋਲ ਆਨਸਰ ਹੈ ਉਹ B ਆਪਸ਼ਨ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੇਖਦੇ ਹਾਂ नेक्स्ट क्वेश्चन है ਸਾਡੇ ਕੋਲ the solution set of the inequation 3 upon modulus of x plus 2 greater than equal to 1 3 upon modulus of x plus 2 greater than equal to 1 ਹੁਣ ਇਹਦੇ ਵਿੱਚ ਇਹ ਜਿਹੜਾ ਹੈ ਸਾਡੇ ਕੋਲ ਲੀਨੀਅਰ ਇਨਇਕੁਐਲਿਟੀ ਦਾ ਕੁਐਸਚਨ ਹੈ x mod plus 2 ਇਹਨੂੰ ਅਸੀਂ ਰਾਈਟ ਸਾਈਡ ਤੇ ਜਿਹੜਾ ਮਲਟੀਪਲਾਈ ਕਰ ਦਾਂਗੇ 1 ਦੇ ਨਾਲ ਠੀਕ ਹੈ क्योंकि ਅਸੀਂ अगर ਸਾਡੇ ਕੋਲ ਇੱਥੇ ਸਿਰਫ x plus 2 ਹੁੰਦਾ ਫਿਰ ਅਸੀਂ ਇਹਨੂੰ ਇਦਾਂ ਇਵੇਂ ਮਲਟੀਪਲਾਈ ਨਹੀਂ ਸੀ ਕਰ ਸਕਦੇ ਦੂਸਰੀ ਸਾਈਡ ਜਾ ਕੇ ਕਿਉਂਕਿ ਸਾਨੂੰ ਇਹ ਨਹੀਂ ਪਤਾ ਵੀ x plus 1 2 ਦਾ ਜਿਹੜਾ ਸਾਈਨ ਹੈ ਉਹ ਸਾਡੇ ਕੋਲ ਕੀ ਹੋਏਗਾ ਹੁਣ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਿਹੜਾ x mod x ਹੈ ਇਹ ਸਾਡੇ ਕੋਲ ਪੋਜ਼ਿਟਿਵ ਹੈ ਸਾਨੂੰ ਪਤਾ ਕਿ x ਮੋਡੂਲਸ ਦੀ ਵੈਲਿਊ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ ਠੀਕ ਹੈ तो ਇਹਦੇ ਵਿੱਚ ਅਸੀਂ 2 ਐਡ ਵੀ ਕਰ ਦਾਂਗੇ ਫਿਰ ਵੀ ਉਹ ਸਾਡੇ ਕੋਲ ਪੋਜ਼ਿਟਿਵ ਹੀ ਰਹੇਗਾ ਗ੍ਰੇਟਰ ਦੈਨ 2 ਆਏਗਾ ठीक है तो ये अगर पॉजिटिव है तो इनू इस ढंग दे नाल असी दूसरी साइड मल्टीप्लाई कर सकते हैं इनइक्वैलिटीज़ दे विच ठीक है तो ये बनेगा 3 ग्रेटर दैन इक्वल टू 1 दे नाल इनू मल्टीप्लाई करांगे साडे कोल mod x प्लस 2 आ जाएगा तो इहदे विचों असी इन्हां नू शिफ्ट कर लैने इधर x mod प्लस 2 लैस दैन इक्वल टू 3 मतलब ये साइन भी उल्ट गया ना लैफ्ट हैंड साइड दी जिहड़ी टर्म सी उहनू असी राइट हैंड साइड ते लै गए तो 2 ਨੂੰ दूसरी साइड जाके माइनस कर सकते हैं तो x mod is less than equal to 1 ठीक है when x is less than equal to 1 it implies x lies between -1 and 1 ठीक है तो x की जी वैल्यू है वो साडे कोल -1 तो 1 तक आएगी ठीक है x belongs to -1 to 1 क्योंकि इक्वालिटी का साइन है तो क्लोज्ड फिगर साडे कोल क्लोज्ड जी ब्रैकेट है स्क्वायर ब्रैकेट ये विच आएगी तो पंजवें सवाल का जो उत्तर है साडे कोल की है बी आंसर है ਇਹਦਾ ठीक है एक चीज़ मैं फिर दोबारा दस देना कि अगर सिर्फ इत्थे x ਹੁੰਦਾ ਕੱਲਾ ਹੀ x mod ਨਾ ਹੁੰਦਾ ਫਿਰ ਅਸੀਂ ਐਵੇਂ ਇਸ ਚੀਜ਼ ਨੂੰ ਇੱਧਰ ਮਲਟੀਪਲਾਈ ਨਹੀਂ ਕਰ ਸਕਦੇ ਸੀ ਕਿਉਂਕਿ ਸਾਨੂੰ ਇਹਦਾ ਸਾਈਨ ਨਹੀਂ ਸੀ ਪਤਾ ਇਹ ਪੋਜ਼ਿਟਿਵ ਹੋਏਗਾ ਕਿ ਨੈਗੇਟਿਵ ਕਿਉਂਕਿ ਅਗਰ ਪੋਜ਼ਿਟਿਵ ਨੰਬਰ ਨੂੰ ਇਸ ਢੰਗ ਦੇ ਨਾਲ ਅਸੀਂ ਦੂਸਰੀ ਸਾਈਡ ਮਲਟੀਪਲਾਈ ਕਰਦੇ ਹਾਂ ਤਾਂ ਉਹਦੇ ਚ ਸਾਈਨ ਜਿਹੜਾ ਚੇਂਜ ਨਹੀਂ ਹੁੰਦਾ ਬਟ ਅਗਰ ਇਹ ਨੈਗੇਟਿਵ ਹੋਏ ਫਿਰ ਮਲਟੀਪਲਾਈ ਕਰਦੇ ਹਾਂ ਤਾਂ ਇਹ ਇਨਇਕੁਐਲਿਟੀ ਵੀ ਸਾਡੇ ਕੋਲ ਚੇਂਜ ਹੋ ਜਾਂਦੀ ਹੁੰਦੀ ਹੈ ਠੀਕ ਹੈ ਚਲੋ ਇਸ ਕੁਐਸਚਨ ਦੇ ਵਿੱਚ ਆਪਾਂ ਇਹਨੂੰ ਸਮਝ ਲਿਆ ਇਸ ਢੰਗ ਦੇ ਨਾਲ ਨੈਕਸਟ ਹੈ ਸਾਡੇ ਕੋਲ ਹਾਂਜੀ if z be a purely imaginary number such that imaginary part of z is less than 0 then argument z is equal to what ਹੁਣ ਇਹਦੇ ਵਿੱਚ ਪਹਿਲੇ ਤੇ ਆਪਾਂ ਇਹ ਸਮਝ ਲਈਏ ਜਿਵੇਂ ਅਸੀਂ 10th ਚ ਕਰਦੇ ਸੀਗੇ x ਤੋਂ y ਤੋਂ ਨਾ x axis y axis तो ਕੰਪਲੈਕਸ ਨੰਬਰਸ ਦੇ ਵਿੱਚ ਅਸੀਂ ਕਰਦੇ ਹਾਂ ਕਾਰਟੀਜ਼ੀਅਨ ਪਲੇਨ ਅਸੀਂ ਪਹਿਲਾਂ ਪੜ੍ਹਦੇ ਸੀ ਇਹਦੇ ਵਿੱਚ ਅਸੀਂ ਬੋਲਦੇ ਨੂੰ ਆਰਗੈਂਟ ਪਲੇਨ तो ਆਰਗੈਂਟ ਪਲੇਨ ਦੇ ਵਿੱਚ ਜਿਹੜੀ x ਤੋਂ y ਨੂੰ ਅਸੀਂ ਬੋਲਦੇ ਹੁੰਦੇ ਆ ਰੀਅਲ ਐਕਸਿਸ ठीक है और जी साढ़े कोल y एक्सिस है ये बन जाती है इमेजिनरी एक्सिस ठीक है तो अगर साढ़े कोल नंबर z कोई प्योरली इमेजिनरी है ਇਹਦਾ मतलब z ਜਿਹੜਾ ਸਾਡੇ ਕੋਲ 0 प्लस आयोटा y होएगा दैट मीनस आयोटा ਦੇ ਨਾਲ ਵਾਲਾ ਜਿਹੜਾ ਸਾਡੇ ਕੋਲ ਰੀਅਲ ਨੰਬਰ ਇੱਥੇ ਹੋਏਗਾ ਔਰ ਦੂਸਰਾ ਜਿਹੜਾ ਰੀਅਲ ਪਾਰਟ ਹੈ ਉਹ 0 ਹੋਏਗਾ ਤਾਂ ਠੀਕ ਹੈ तो ਜਦੋਂ ਸਾਡੇ ਕੋਲ ਰੀਅਲ ਵੈਲਿਊ 0 ਹੈ ਤੇ ਸਿਰਫ ਪਿਓਰਲੀ ਇਮੇਜਿਨਰੀ ਹੈ ਇਹਦਾ ਮਤਲਬ ਇਹ ਜਿਹੜਾ ਸਾਡੇ ਕੋਲ पॉइंट है जो असीं इहनूं इस z नूं असीं आर्गेंट प्लेन दे विच लोकेट करांगे तो ये कोऑर्डिनेट्स जिहड़े साडे कोल 0, y बनने हैं ये सिर्फ ते सिर्फ इमेजिनरी लाइन दे उत्ते किते ना किते आएगा y एक्सिस दे उत्ते आएगा जिवें आपां 10 दे विच कहंदे हुंदे सी कि अगर साडे कोल जिहड़ा भुज है वो 0 है ठीक है मतलब एब्सिसा है जिहड़ा वो साडे कोल 0 है तो ये जिहड़ा पॉइंट है वो y एक्सिस दे उत्ते लाई करेगा ठीक है तो इसे ढंग दे नाल इत्थे साडे कोल जेकर रियल पार्ट 0 है ਸਾਡੇ ਕੋਲ ਪਿਓਰਲੀ ਇਮੇਜਿਨਰੀ ਕੰਪਲੈਕਸ ਨੰਬਰ ਹੈ तो ਸਾਡੇ ਕੋਲ ਇਹਨੂੰ ਜਦੋਂ ਅਸੀਂ ਆਰਗਨ ਪਲੇਨ ਦੇ ਵਿੱਚ ਕਰਾਂਗੇ ਇਹਨੂੰ ਲੋਕੇਟ ਕਰਾਂਗੇ तो शो करांगे तो ये y एक्सिस ਦੇ ਉੱਤੇ ਇਮੇਜਿਨਰੀ ਐਕਸਿਸ ਦੇ ਉੱਤੇ ਆਏਗਾ ठीक है उस तो बाद नाल किया गया है कि इमेजिनरी पार्ट इज लेस देन 0 ठीक है इमेजिनरी पार्ट इहदा y है तो y इज लेस देन 0 y लेस देन 0 का मतलब है कि y नेगेटिव है अगर y नेगेटिव है तो साडे कोल सानू पता है कि ऊपर वाले पासे जिहड़ियां पॉजिटिव वैल्यूज होंदियां ते हेठां नेगेटिव होंदियां ਇਹਦਾ मतलब ਜਿਹੜਾ ਇਹ ਇਮੇਜਿਨਰੀ ਪਾर्ट है वो साडे कोल नीचे किते होएगा 0, y ਦੀ वैल्यू -1 -2 -3 कुछ भी इस ढंग दे नाल हो सकती है ठीक है तो हुण ਇਹਦਾ ਪੁੱਛਿਆ ਸਾਨੂੰ ਗਿਆ कि आर्गूमेंट ऑफ z आर्गूमेंट z ऑफ की हुंदा है कि अगर ये साडे कोल पॉइंट है मान लो ए पॉइंट है जिहड़ा इस कॉम्पलैक्स नंबर एक वाला कॉम्पलैक्स नंबर जिहड़े पॉइंट नू रिप्रेजेंट करदा पिया तो वो ए पॉजिटिव डायरेक्शन ऑफ रियल एक्सिस दे नाल जिन्ना एंगल बनादी है आ वाला जिहड़ा एंगल है ठीक है इस एंगल ए एंगल असीं दसना कि एंगल साडे कोल कितना है ठीक है तो ए एंगल साडे कोल हैगा -π/2
ठीक है ना, क्योंकि क्लॉकवाइज ਅਸੀਂ ਮੈਜਰ ਕਰ ਰਹੇ ਹਾਂ ਐਂਗਲ ਹਮੇਸ਼ਾ ਪੋਜ਼ਿਟਿਵ ਅਸੀਂ ਉਦੋਂ ਲੈਣੇ ਜਦੋਂ ਅਸੀਂ ਐਂਟੀ ਕਲॉकवाइज ਮੈਜਰ ਕਰਦੇ ਹਾਂ। ਠੀਕ ਹੈ, ਇਹਦੇ ਵਿੱਚ ਕਲॉकवाइज ਮੈਜਰ ਕੀਤਾ ਜਾ ਰਿਹਾ ਤਾਂ ਇਹ ਐਂਗਲ ਸਾਡੇ ਕੋਲ -π/2 ਹੋਏਗਾ। ਠੀਕ ਹੈ ਜੀ, तो यही साढ़े कोल आर्गूमेंट है इस कॉम्पलैक्स नंबर का। तो ये वैल्यू सी जिहड़ा ऑप्शन है इस सवाल दी बिल्कुल सही है। ठीक है, π/2 का मतलब होंगे -90 डिग्री। ठीक है, रेडियंस दे विच आपां एंगल्स जिहड़े +1 दे विच फिर देख रहे हैं। नैक्सट क्वेश्चन साढ़े कोल है 7th क्वेश्चन, मीन डेविएशन ऑफ डेटा 3 10 10 4 7 10 5 फ्रॉम मीन इज व्हाट। तो मीन डेविएशन का मतलब की हुंदा है, सब तो पहला असीं ਇਹਦੇ ਵਿੱਚ x ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਲਿਖ ਲੈਣੇ ਆ। x ਮਤਲਬ ਇਹ ਵਾਲੀਆਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਨੇ ਵੈਲਿਊਜ਼, ਇਹ ਹੈ ਸਾਡੇ ਕੋਲ 3 10 10 4 7 10 ਤੇ 5। ਠੀਕ ਹੈ, तो ਹੁਣ ਇਹਦਾ ਅਸੀਂ ਮੀਨ ਅਗਰ ਪਹਿਲੇ ਕੈਲਕੂਲੇਟ ਕਰੀਏ x ਬਾਰ ਤਾਂ ਉਹ ਸਾਡੇ ਕੋਲ ਕੀ ਬਣੇਗਾ 3 + 10 + 10 ਸਮ ਆਫ ਟਰਮਸ ਅਪਨ ਨੰਬਰ ਆਫ ਟਰਮਸ +4 + 7 + 10 + 5। ठीक है, ओवर 7 क्योंकि नंबर ऑफ टर्म्स साढ़े कोल 7 है, तो सम ऑफ टर्म्स अपॉन नंबर ऑफ टर्म्स। तो ये बन गया साढ़े कोल 10 ते 3 13 10 23 ते 4 27 ते 7 34 ते 10 44 5 49 49/7 बराबर 7। तो मीन जिहड़ा है वो साढ़े कोल इहदे 7 आ जाता है। ठीक है, तो पहली अगर असी जी पहला कॉलम है वो असी ये वालियां वैल्यूज़ जिहड़ियां वो सारियां लिख लैनियां। इस तो बाद असी हर एक वैल्यू दे विचों मीन नूं माइनस करना है। ठीक है, और इसका मॉडुलस लेना है। मतलब अगर साइन साढ़े को नैगेटिव भी आता तो उन्होंने पॉजिटिव करके लिख लेना। ठीक है, तो 3 - 7 साढ़े को 4 -4 बनेगा, मॉडुलस लवांगे 4 आ जाएगा। ठीक है, 10 - 7 ये साढ़े को 3 आएगा, 10 - 7 ये साढ़े को 3 आएगा, 4 - 7 ये साढ़े को 3 आएगा, और -3 आना सी पॉजिटिव साइन असी लेना। 7 - 7 0 आएगा, 10 - 7 3 आएगा, 5 - 7 ये साढ़े को 2 बन जाएगा। ठीक है, और ये जी सम इहदा असी देख लांगे सिग्मा xi माइनस x बार इक्वल्स टू। ठीक है, तो मीन तो ये वालियां वैल्यूज़ किनियां कि इन्हां दा डिफरेंस है, मीन तो की फर्क है उन्होंने असी बोलते हैं मीन डेविएशन एक तरह के नाल। ठीक है, तो ये एक मीन की जी डेविएशन है, तो असी पूरे डेटे की जी डेविएशन फाइंड करनी है, वह फॉर्मूला असी हुणे लिखांगे। ठीक है, ओके, ये साढ़े कोल बन गया 4 3 7 3 10 3 13 ते 3 16 ते 2 18, ये बन जाता है साढ़े कोल 18। हुण साढ़े कोल आएगा मीन डेविएशन का फॉर्मूला। मीन डेविएशन का फॉर्मूला साढ़े कोल हुंदा है सिग्मा xi माइनस x बार अपॉन नंबर ऑफ टर्म्स। नंबर ऑफ टर्म्स साढ़े कोल इहदे च 8 है 8। ठीक है, तो 18/8 हो गया जी। नंबर ऑफ टर्म्स है सॉरी साढ़े कोल 7, नंबर ऑफ टर्म्स साढ़े कोल 7 है, तो ये 18/7 आ जाएगा। ठीक है, तो इन्हों डिवाइड करांगे 7 2 14, पहले 2 ते जाएगा फिर पॉइंट आएगा, फिर साढ़े कोल 40 बचदा है ते 4 बचदा है, तो 0 लवांगे 40, तो 7 5 35, फिर 5 बचेगा 7 7 2.57 जिहड़ा उत्तर इहदा बनना चाहिए। ये सी ऑप्शन जी बिल्कुल सही है। ठीक है, अगर कोई चीज़ कितने नहीं पता लगती तो उन्होंने रिपीट करके तुसीं वीडियो नूं पॉज करके रिपीट करके दोबारा देख सकते हो। ठीक है, नैक्सट क्वेश्चन देखते हैं आपां। तो नैक्सट क्वेश्चन साढ़े कोल है द एंगल बिटवीन आवर हैंड एंड अ मिनट हैंड एट 7:20 इज। अगर साढ़े कोल कोई घड़ी है तो ਉਹਦੇ ਵਿੱਚ 7:20 ਤੇ जो एंगल है दोनों ही हैंड्स ਦੇ ਵਿੱਚ दोनों ਸੂਈਆਂ ਦੇ ਵਿੱਚ ਉਹ ਸਾਡੇ ਕੋਲ एंगल कितना है ਉਹ ਅਸੀਂ ਇਹਦੇ ਵਿੱਚ ਪਤਾ करना है। ठीक है, तो देखो ये साढ़े कोल सर्कल ਆਪਾਂ ਪਹਿਲਾਂ ਇੱਕ ਬਣਾ ਲੈਣੇ। मान लो ये साढ़े कोल सर्कल है और इत्थे साढ़े कोल हैगे ने 12, हेठां साढ़े कोल हैगा टाइम 6, इधर टाइम है 9 और इधर टाइम है 3। ठीक है, इत्थे 4 आएगा, इत्थे साढ़े कोल 5 आ जाएगा, 1 ते 2 आ जाएगा, 11 ते 10 हो जाएगा, इत्थे 8 आएगा, तो इत्थे साढ़े कोल 7 आएगा। ठीक है, तो 7:20 का मतलब है कि जी साढ़े कोल वड्डी सूई है मिनट हैंड है जो वो होएगा 4 दे उत्ते। ठीक है, 4 ते आएगा तां ही 20 मिनट होणगे, ਤੇ ਜਿਹੜਾ ਆਰ ਹੈਂਡ ਹੈ ਸਾਡੇ ਕੋਲ ਘੰਟਿਆਂ ਵਾਲੀ ਸੂਈ ਹੈ ਉਹ ਹੋਏਗੀ 7 ਤੇ ਨਹੀਂ ਐਗਜ਼ੈਕਟਲੀ ਹੋਏਗੀ, 7 ਤੋਂ ਥੋੜਾ ਜਿਹਾ ਅੱਗੇ ਚਲੇ ਜਾਏਗੀ। ਠੀਕ ਹੈ ਨਾ, ਕਿਉਂਕਿ ਪੂਰੇ 7 ਵਜੇ ਜਿਹੜੀ ਸੂਈ ਹੈ ਵੱਡੀ ਸੂਈ ਸਾਡੇ ਕੋਲ ਜਿਹੜੀ ਹੈਗੀ ਹੈ ਆਪਣੇ ਕੋਲ ਮਿੰਟ ਵਾਲੀ, ਉਹ ਸਾਡੇ ਕੋਲ 7 ਵਜੇ ਹੋਏਗੀ ਬਿਲਕੁਲ 12 ਤੇ ਜਿਹੜੀ ਛੋਟੀ ਸੂਈ ਹੈ ਸਾਡੇ ਕੋਲ 7 ਤੇ ਹੋਏਗੀ। पर जो असीं गल करते हैं 7:20 तो सानू पता 20 मिनट तो यह सूई साढ़े कोल 12 तो इत्थे जे पहुँच गई है
ਤਾਂ ਇਹ ਵਾਲੀ ਸੂਈ ਘੰਟੇ ਵਾਲੀ ਸੂਈ ਵੀ 7 ਤੋਂ ਥੋੜੀ ਜਿਹੀ ਅੱਗੇ ਜਿਹੜੀ ਉਹ ਚਲੀ ਜਾਏਗੀ। ਉਹ ਆਪਾਂ ਹੁਣ ਦੇਖਦੇ ਹਾਂ ਕਿਵੇਂ ਇਹਨੂੰ ਕਰਨਾ ਹੈ। ਠੀਕ ਹੈ, ਓਕੇ ਜੀ। ਤਾਂ ਇਹ ਐਂਗਲ ਅਸੀਂ ਕੈਲਕੂਲੇਟ ਕਰਨਾ ਹੈ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੀਜ਼ ਦੇਖੀਏ ਕਿ ਜਿਹੜੀ ਇਹ ਵਾਲੀ ਪੋਜੀਸ਼ਨ ਹੈ ਸਾਡੇ ਕੋਲ, ਇਹ ਵਾਲੀ ਪੋਜੀਸ਼ਨ ਇੱਥੋਂ ਘੰਟੇ ਵਾਲੀ ਸੂਈ ਜਿਹੜੀ ਚੱਲੀ ਹੈ ਤੇ ਇਹਨੇ ਇਹਦੇ ਨਾਲ ਕਿੰਨਾ ਐਂਗਲ ਬਣਾਇਆ। ਤਾਂ ਇਹ ਜਿਹੜਾ ਐਂਗਲ ਹੈ ਜਿਹੜਾ ਇੱਥੋਂ ਇੱਥੇ ਤੱਕ ਬਣਿਆ, ਪਹਿਲਾਂ ਅਸੀਂ ਇਹ ਦੇਖ ਲਈਏ ਕਿੰਨਾ ਬਣਿਆ। ਠੀਕ ਹੈ, 7 ਤੱਕ ਪਹਿਲਾਂ ਅਸੀਂ ਦੇਖ ਲੈਂਦੇ ਹਾਂ 7 ਤੱਕ ਜਿਹੜਾ ਐਂਗਲ ਬਣਿਆ ਉਹ ਕਿੰਨਾ ਬਣਿਆ। ਪੂਰਾ ਐਂਗਲ ਸਾਡੇ ਕੋਲ 360 ਡਿਗਰੀ ਦਾ ਹੁੰਦਾ, ਉਹਦੇ 12 ਹਿੱਸੇ ਅਸੀਂ ਕਰ ਲਏ। ਤਾਂ ਇਹਦਾ ਮਤਲਬ ਇੱਕ ਜਿਹੜਾ ਪਾਰਟ ਹੈ ਉਹਦੇ ਵਿੱਚ ਜਿਹੜਾ ਐਂਗਲ ਹੈ ਆਹ ਵਾਲਾ ਇੱਥੇ ਛੋਟਾ ਐਂਗਲ ਜਿਹੜਾ ਅਸੀਂ ਕਹਿ ਸਕਦੇ ਹਾਂ 30 ਡਿਗਰੀ ਦਾ ਬਣਿਆ ਸਾਡੇ ਕੋਲ। ਠੀਕ ਹੈ, ਕਿਉਂਕਿ 360 ਦੇ 12 ਹਿੱਸੇ ਕੀਤੇ 30 ਡਿਗਰੀ ਬਣੇਗਾ। तो 30 ਨੂੰ ਜੇਕਰ ਅਸੀਂ 30 ਇੱਥੇ 30 ਇੱਥੇ 30 ਇੱਥੇ ਹਰ ਇੱਕ 5 ਮਿੰਟ ਦੇ ਬਾਅਦ ਜਿਹੜਾ 30 ਡਿਗਰੀ ਦਾ ਕੋਣ ਹੈ ਉਹ ਬਣਦਾ ਜਾਂਦਾ ਹੈ। ਤਾਂ 7 ਤੱਕ ਜਾਂਦੇ ਸਾਡੇ ਕੋਲ ਕੋਣ ਜਿਹੜਾ ਹੋ ਜਾਏਗਾ 210 ਡਿਗਰੀ ਦਾ। ਠੀਕ ਹੈ, 210 ਡਿਗਰੀ 30 ਨੂੰ 7 ਨਾਲ ਗੁਣਾ ਕਰਾਂਗੇ ਤਾਂ 210 ਡਿਗਰੀ। ਓਕੇ, ਹੁਣ ਇਹਦੇ ਵਿੱਚੋਂ ਇਸ ਪੂਰੇ ਕੋਣ ਦੇ ਵਿੱਚੋਂ ਅਸੀਂ ਜਿਹੜਾ ਇਹ ਵਾਲਾ ਕੋਣ ਹੈ ਇਹਨੂੰ ਮਾਈਨਸ ਕਰਾਂਗੇ। ਠੀਕ ਹੈ, ਕਿਉਂਕਿ ਜਿਹੜਾ ਅਸੀਂ ਕੋਣ ਫਾਈਂਡ ਕਰਨਾ ਉਹ ਤਾਂ ਸਿਰਫ ਇੰਨਾ ਕਰਨਾ, ਅਸੀਂ ਪੂਰਾ ਕੋਣ ਨਹੀਂ ਪਤਾ ਕਰਨਾ, ਅਸੀਂ ਤਾਂ ਸਿਰਫ ਇੰਨਾ ਕੋਣ ਪਤਾ ਕਰਨਾ ਆ ਵਾਲੀਆਂ ਸੂਈਆਂ ਦੇ ਵਿੱਚ। ਠੀਕ ਹੈ, ਤਾਂ ਇਸ ਪੂਰੇ ਕੋਣ ਦਾ ਪਹਿਲਾਂ ਅਸੀਂ ਦੇਖਿਆ ਘੰਟਿਆਂ ਵਾਲੀ ਸੂਈ ਜਿਹੜੀ 12 ਦੀ ਪੋਜੀਸ਼ਨ ਦੇ ਨਾਲ ਕਿੰਨਾ ਕੋਣ ਬਣਾਉਂਦੀ ਹੈ, 210 ਡਿਗਰੀ ਬਣੇਗਾ 7 ਦੇ ਉੱਤੇ। ਔਰ ਉਸ ਤੋਂ ਬਾਅਦ ਇਹਦੇ ਵਿੱਚੋਂ ਅਸੀਂ ਇਹ ਵਾਲਾ ਕੋਣ ਮਾਈਨਸ ਕਰਾਂਗੇ। ਹੁਣ ਘੰਟਿਆਂ ਵਾਲੀ ਜਿਹੜੀ ਸੂਈ ਹੈ ਉਹ 12 ਤੋਂ ਇਸ ਪੋਜੀਸ਼ਨ ਤੋਂ ਕਿੰਨਾ ਕੋਣ ਬਣਾਏਗੀ 30 ਡਿਗਰੀ 30 30 30 4 ਵਾਰ 30 ਡਿਗਰੀ ਹੋਇਆ ਤਾਂ ਇਹ ਸਾਡੇ ਕੋਲ ਹੋ ਜਾਏਗਾ 120 ਡਿਗਰੀ। ਤਾਂ 210 ਦੇ ਵਿੱਚੋਂ 120 ਡਿਗਰੀ ਅਸੀਂ ਮਾਈਨਸ ਕਰ ਦਾਂਗੇ। ਠੀਕ ਹੈ, ਤਾਂ ਹੁਣ ਸਾਡੇ ਕੋਲ ਇਹ ਕੋਣ ਆ ਗਿਆ, ਪਰ ਜਿਹੜਾ 210 ਡਿਗਰੀ ਅਸੀਂ ਕੋਣ ਦੇਖਿਆ ਸੀ ਇਹ ਦੇਖਿਆ ਸੀ ਅਸੀਂ 7 ਤੱਕ। ਹੁਣ ਜਿਹੜੀ ਘੰਟਿਆਂ ਵਾਲੀ ਸੂਈ ਹੈ ਇਹ 7 ਤੋਂ ਅੱਗੇ ਵੀ ਜਾ ਚੁੱਕੀ ਹੈ। ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜੀ ਘੰਟਿਆਂ ਵਾਲੀ ਸੂਈ ਹੈ ਉਹ 20 ਮਿੰਟ ਦੇ ਵਿੱਚ ਕਿੰਨਾ ਕੋਣ ਜਿਹੜਾ ਉਹ ਤੈਅ ਕਰੇਗੀ। ਹੁਣ ਇਹ ਸਮਝਣ ਦੀ ਗੱਲ ਹੈ ਕਿ ਜਿਹੜੀ ਘੰਟਿਆਂ ਵਾਲੀ ਸੂਈ ਹੈ ਉਹ ਮੰਨ ਲਓ 10 ਤੋਂ 11 ਤੱਕ ਜਾਂਦੀ ਹੈ 1 ਘੰਟੇ ਦੇ ਵਿੱਚ। ਇਹਦਾ ਮਤਲਬ 1 ਘੰਟੇ ਦੇ ਵਿੱਚ ਘੰਟਿਆਂ ਵਾਲੀ ਸੂਈ ਨੇ 30 ਡਿਗਰੀ ਦਾ ਐਂਗਲ ਜਿਹੜਾ ਬਣਾਇਆ। ਤਾਂ 1 ਮਿੰਟ ਦੇ ਵਿੱਚ ਜਿਹੜਾ ਉਹ ਕੋਣ ਹੈ ਉਹ ਕਿੰਨਾ ਬਣੇਗਾ 30 ਡਿਗਰੀ ਵਟਾ 60 ਭਾਵ 1/2 ਡਿਗਰੀ। ਠੀਕ ਹੈ, ਇਹਦਾ ਮਤਲਬ ਜਿਹੜੀ ਘੰਟਿਆਂ ਵਾਲੀ ਸੂਈ ਹੈ ਉਹ 1 ਮਿੰਟ ਦੇ ਵਿੱਚ 1/2 ਡਿਗਰੀ ਦਾ ਕੋਣ ਬਣਾਉਂਦੀ ਹੈ, 1/2 ਡਿਗਰੀ ਅੱਗੇ ਚਲੀ ਜਾਂਦੀ ਹੈ। ਤਾਂ 20 ਮਿੰਟ ਦੇ ਵਿੱਚ ਇਹ ਅੱਗੇ ਕਿੰਨਾ ਗਈ ਹੋਏਗੀ ਉਹ ਅਸੀਂ ਵਿੱਚ ਜੋੜ ਦਿਆਂਗੇ, ਕਿਉਂਕਿ ਉਹ ਐਂਗਲ ਉਨਾ ਹੀ ਜਿਹੜਾ ਐਂਗਲ ਹੈ ਅੱਗੇ ਵੱਡਾ ਹੋ ਜਾਏਗਾ। ਠੀਕ ਹੈ, 1/2 ਡਿਗਰੀ ਨੂੰ ਅਸੀਂ ਗੁਣਾ ਕਰ ਦਿਆਂਗੇ 20 ਦੇ ਨਾਲ, ਤਾਂ ਇਹ ਸਾਡੇ ਕੋਲ ਬਣ ਜਾਏਗਾ 10। ਤਾਂ ਹੁਣ ਇਹ ਸਭ ਦਾ ਅਸੀਂ ਜੋੜ ਜੇਕਰ ਕਰ ਲਈਏ 210 ਡਿਗਰੀ ਮਾਈਨਸ 120 ਡਿਗਰੀ ਜਮਾ 10 ਡਿਗਰੀ। ਠੀਕ ਹੈ, तो ये साढ़े को 210 से 10 220 बनेगा, 120 विचों माइनस करांगे तो 100 डिग्री साढ़े को बचेगा। ठीक है, तो ये जी ऑप्शन है वो साढ़े को बिल्कुल सही है इस सवाल की। इन्हों बड़े ध्यान के नाल इस सवाल नूं देख लियो। ठीक है, तो नैक्सट चलते हैं। नैक्सट क्वेश्चन है साढ़े को द मैक्सीमम वैल्यू ऑफ कॉस थीटा प्लस साइन थीटा इज वट। ਜਦੋਂ ਸਾਡੇ ਕੋਲ ਇਸ ਢੰਗ ਦੇ ਨਾਲ ਸਮ ਦਿੱਤਾ ਹੋਏ ਇਹਨੂੰ ਮੈਂ ਜਨਰਲ ਫਾਰਮ ਦੇ ਵਿੱਚ ਲਿਖ ਲੈਣਾ a cos थीटा प्लस b sin थीटा। तो इस एक्सप्रैशन की जी मैक्सीमम वैल्यू होंगी है वो साढ़े को होंगी है वर्गमूल a स्क्वायर प्लस b स्क्वायर। मतलब इस एक्सप्रैशन की वैल्यू एंगल कुछ भी हो जाए, थीटा कुछ भी हो जाए, वो कभी भी स्क्वायर रूट ऑफ a स्क्वायर प्लस b स्क्वायर तो वड्डी नहीं होएगी, तो इस तो हमेशा वड्डी रहेगी a स्क्वायर प्लस b स्क्वायर। मतलब a स्क्वायर प्लस b स्क्वायर का स्क्वायर रूट इस दे नेगेटिव तो कदे छोटी नहीं हो सकती तो ये तो कदे वड्डी नहीं हो सकती। ठीक है, ये साढ़े को इहदी मैक्सीमम वैल्यू होंगी है। तो इस केस दे विच हुण अगर असीं देखिए cos थीटा दे नाल कोफिशिएंट जिहड़ा इत्थे 1 है और sin थीटा दे नाल कोफिशिएंट जिहड़ा वो 20 साडे कोल 1 है। इहदा मतलब a दी वैल्यू 20 साडे कोल 1 है ते b दी वैल्यू 20 साडे कोल 1 है। तो स्क्वायर रूट ऑफ a स्क्वायर प्लस b स्क्वायर इहदी वैल्यू साडे कोल की हो जाएगी वर्गमूल 1 दा वर्ग जमा 1 दा वर्ग बराबर वर्गमूल 2। तो इस एक्सप्रैशन की जिहड़ी मैक्सीमम वैल्यू साडे कोल की होएगी स्क्वायर रूट ऑफ 2। ठीक है, तो डी ऑप्शन जिहड़ी वो बिल्कुल सही है इस सवाल दे विच। ठीक है, तो नैक्सट देखते हैं इस तो बाद क्वेश्चन। अगला सवाल साडे कोल है द पीरियड ऑफ साइन 3 थीटा। ठीक है, तो साइन का जिहड़ा पीरियड हुंदा साडे कोल मतलब साइन दी जिहड़ियां वैल्यू सानू पता -1 तो 1 तक जिहड़ियां वेरी करदियां रहंदियां, कदे -1 कदे 1 -1 1 -1 1, कदे 1 तो ज़्यादा वैल्यू नहीं हुंदी, कदे -1 तो छोटी वैल्यू नहीं हुंदी। हमेशा इस करके साइन नूं असीं पीरियोडिक फंक्शन बोलते हैं। साइन है कॉस है सारे साडे कोल पीरियोडिक फंक्शन ही हुंदे आ। तो ਇਹਦਾ ਜਿਹੜਾ ਪੀਰੀਅਡ कहने का मतलब ਹੁੰਦਾ है -1 ਤੋਂ 1 तक जाने तो बाद फिर ये दोबारा -1 ਤੇ पहुंचती है तो कितना एंगल तो बाद जी वैल्यू है दोबारा साढ़े को -1 होएगी। अगर 1 तो चली है
तो एंगल ਅਸੀਂ ਵਧਾਉਂਦੇ ਜਾਵਾਂਗੇ तो किन्ने एंगल तो बाद दोबारा ये ਸਾਡੇ ਕੋਲ वैल्यू ਜਿਹੜੀ ਉਹ 1 ਬਣੇਗੀ ਸਾइन ਦੀ ਉਹ ਹੁੰਦਾ ਪੀਰੀਅਡ साइन थीटा ਦਾ ਜਿਹੜਾ ਪੀਰੀਅਡ ਹੁੰਦਾ ਹੈ ਉਹ ਸਾਡੇ ਕੋਲ ਹੁੰਦਾ ਸਾइन ਫੰਕਸ਼ਨ ਦਾ ਹੁੰਦਾ 2 ਪਾਈ ठीक है मतलब पीरियड ऑफ साइन थीटा इज 2 पाई अगर असी गल करिए साइन 3 थीटा दी अगर असी एंगल नू 3 थीटा दे नाल मल्टीप्लाई करते हैं तो जो पीरियड साइन थीटा का असी 2 पाई उन्होंने असी 3 दे नाल डिवाइड कर देंगे ये साडे कोल साइन 3 थीटा का पीरियड जिहड़ा बन जाता है अगर इत्थे 2 थीटा लवांगे तो 2 पाई बाय 2 आ जाएगा साडे कोल ठीक है तो ये ऑप्शन जिहड़ी साडे कोल सी है वो बिल्कुल सही है ठीक है पीरियड ऑफ साइन 3 थीटा इज 2 पाई बाय 3 इस तो बाद अगला सवाल है साडे कोल द वैल्यू ऑफ x फॉर द मैक्सिमम वैल्यू ऑफ स्क्वायर रूट ऑफ 3 cos x प्लस sin x इज व्हाट मतलब x की वैल्यू साडे कोल की होएगी अगर इस दी वैल्यू मैक्सिमम है ठीक है तो पहले तो सानू ये देखना पड़ेगा कि 3 cos x प्लस sin x ਇਹਦੀ मैक्सिमम वैल्यू साडे कोल की होएगी हुण जिवें लास्ट क्वेश्चन दे विच आपां गल करके आए हैं कि ये इस एक्सप्रैशन की मैक्सिमम वैल्यू साडे कोल स्क्वायर रूट ऑफ ए स्क्वायर प्लस बी स्क्वायर होंदी है तो ये साडे कोल ए कितना है ए साडे कोल है √3 ते बी साडे कोल कितना है बी है 1 क्योंकि साइन एक्स का कोएफिशिएंट जिहड़ा 1 है तो मैक्सिमम वैल्यू ऑफ ਇਹਦੀ मैक्सिमम वैल्यू साडे कोल की हो जाएगी स्क्वायर रूट ऑफ ए दा स्क्वायर मतलब वर्गमूल 3 दा स्क्वायर ठीक है स्क्वायर रूट ऑफ 3 दा स्क्वायर ठीक है 3 ਇਹਦਾ स्क्वायर प्लस नाल 1 ਦਾ स्क्वायर आ जाएगा और इनू सिंपलीफाई करांगे साडे कोल 3 + 1 बनेगा और स्क्वायर रूट ऑफ 4 ये साडे कोल बनेगा 2 ठीक है तो मैक्सिमम वैल्यू जिहड़ी ਇਹਦੀ है पहले तो वो है साडे कोल 2 हुण मैक्सिमम वैल्यू 2 कदों होएगी ਉਹਦੇ कोरस्पोंडिंग सानू x ਦੀ वैल्यू जिहड़ी आ ਉਹ फाइंड करनी पेगी नाउ √3 cos x plus sin x ਇਹਦੀ वैल्यू ਅਸੀਂ ਲੈ ਲਈ मैक्सिमम दैट इज 2 तो ਉਹਦੇ ਲਈ ਸਾਡੇ ਕੋਲ x ਕੀ ਹੋਏਗਾ ਉਹ ਅਸੀਂ ਦੇਖਣਾ ਹੈ ਅਸੀਂ दोनों साइड 2 ਦੇ ਨਾਲ ਡਿਵਾਈਡ ਕਰ ਦੋ ਇਹ ਸਾਡੇ ਕੋਲ स्क्वायर रूट ऑफ 2 स्क्वायर रूट ऑफ 3/2 बनेगा ਇੱਥੇ ਸਾਡੇ ਕੋਲ cos x आ जाएगा प्लस 1/2 sin x आ जाएगा ठीक इक्वल्स टू 1 ਹੁਣ ਸਾਨੂੰ ਪਤਾ ਹੈ ਕਿ sin 60 डिग्री ਜਿਹੜਾ ਹੁੰਦਾ ਹੈ ਉਹ ਸਾਡੇ ਕੋਲ ਹੁੰਦਾ ਹੈ √3/2 ਤੇ sin cos 60 डिग्री कितना ਹੁੰਦਾ ਹੈ cos 60 डिग्री ਸਾਡੇ ਕੋਲ ਹੁੰਦਾ ਹੈ cos 60 डिग्री ਜਾਂ π/3 ਵੀ ਲਿਖ ਸਕਦੇ ਆਪਾਂ ਰੇਡੀਅਨਸ ਦੇ ਵਿੱਚ ਉਹ ਹੁੰਦਾ 1/2 ਠੀਕ ਹੈ ਇਹਦਾ ਮਤਲਬ ਇਹ ਜਿਹੜਾ √3/2 ਹੈ ਇਹਨੂੰ ਮੈਂ ਇੱਥੇ ਲਿਖ ਲਾਂ sin 60 डिग्री ठीक है cos x और 1/2 ਨੂੰ √3/2 ਨੂੰ ਲਿਖ ਲਾਂ sin 60 डिग्री 1/2 ਨੂੰ ਕੀ ਲਿਖ ਲਾਂ cos 60 डिग्री cos 60 डिग्री into sin x इक्वल्स टू 1 तो ये साडे कोल फार्मूला बन गया sin a प्लस cos sin a इंटू cos b cos sin a cos b cos a sin b तो ये फार्मूला है sin a प्लस b का दैट मीन sin 60 डिग्री प्लस x ठीक है a प्लस b का फार्मूला ये साडे कोल 1 बनेगा तो sin की वैल्यू 1 कदों होंदी है जदों अंदर वाला एंगल 90 डिग्री होवे ਇਹਦਾ मतलब 60 डिग्री प्लस x इक्वल्स टू 90 डिग्री हो गया ठीक है तो ਇਹਦੇ ਵਿੱਚੋਂ x की वैल्यू ਜਿਹੜੀ ਸਾਡੇ ਕੋਲ ਉਹ ਕੀ ਆ ਜਾਏਗੀ 90 डिग्री माइनस 60 डिग्री इक्वल्स टू 30 डिग्री x की कीमत ਸਾਡੇ ਕੋਲ 30 डिग्री है और अगर ਅਸੀਂ ਇਹਨੂੰ रेडियंस लिखते हैं साडे कोल π/6 बन जाएगी ठीक है लो जी तो फर्स्ट ਜਿਹੜਾ ਸਾਡੇ ਕੋਲ ऑप्शन है ਇਹਦੇ ਵਿੱਚ A ये बिल्कुल सही है ठीक है 11वें सवाल ਦਾ उत्तर ਸਾਡੇ ਕੋਲ है A इस तो बाद अगला सवाल है साडे कोल सेट ऑफ इवन प्राइम नंबर्स इज ए नल सेट सिंगलटन सेट एंड इनफाइनाइट सेट नल सेट हुंदा जिहदे विच कोई भी एलीमेंट ना होवे एम्प्टी ब्रेसेस ठीक है सिर्फ खाली ब्रैकेट सिंगलटन सेट हुंदा जिहदे विच साडे कोल एक एलीमेंट होवे कोई भी हो सकदा है और एन इनफाइनाइट सेट जिहदे विच नंबर ऑफ एलीमेंट्स दी गिनती ना कीती जा सके ठीक है तो ईवन प्राइम नंबर्स दे विच साडे कोल ईवन नंबर सिर्फ ते सिर्फ 2 है अगर असीं प्राइम नंबर्स लिखते हैं इस तरह असीं सारे अगर प्राइम नंबर लिख लैने तो उहदे विच असीं देखांगे सारे प्राइम नंबर ऑड है सिवाय 2 दे ठीक है 2 इज द ओनली ईवन प्राइम नंबर तो ਇਹਦਾ मतलब ਜਦੋਂ ਅਸੀਂ ਇਹਨੂੰ ਸੈੱਟ ਦੀ ਫਾਰਮ 'ਚ ਲਿਖਾਂਗੇ ਤਾਂ ਇਹ ਸਾਡੇ ਕੋਲ ਕੀ ਬਣੇਗਾ ਸਿੰਗਲਟਨ ਸੈੱਟ ਸਿੰਗਲ ਐਲੀਮੈਂਟ ਵਾਲੇ ਸੈੱਟ ਨੂੰ ਅਸੀਂ ਸਿੰਗਲਟਨ ਸੈੱਟ ਬੋਲਦੇ ਠੀਕ ਹੈ तो ਇਹਦਾ ਉੱਤਰ ਜਿਹੜਾ ਸਾਡੇ ਕੋਲ B ਬਣੇਗਾ ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਇਫ ਸਟੈਂਡਰਡ ਡੈਵੀਏਸ਼ਨ ਆਫ ਅ ਗਿਵਨ ਡਾਟਾ ਇਜ਼ 10 then variance is equal to अगर किसी ਸਾਡੇ ਕੋਲ ਡਾਟਾ ਦੀ ਸਟੈਂਡਰਡ ਡੈਵੀਏਸ਼ਨ ਜਿਹੜੀ ਉਹ 10 ਹੈ ਤਾਂ ਵੇਰੀਐਂਸ ਸਾਡੇ ਕੋਲ ਕੀ ਹੋਏਗੀ तो स्टैंडर्ड डेविएशन का जो फॉर्मूला साडे कोल हुंदा स्क्वायर रूट ऑफ वेरिएंस वेरिएंस का अगर असीं स्क्वायर रूट करते हैं तो साडे कोल स्टैंडर्ड डेविएशन बनती है ठीक है
तो अगर साडे कोल स्टैंडर्ड डेविएशन 10 है तो वेरिएंस तुसीं समझ सकते हो की होएगी, ठीक है। दैन वेरिएंस इक्वल्स टू स्क्वायर रूट ऑफ स्क्वायर ऑफ स्टैंडर्ड डेविएशन। तो 10 का स्क्वायर साडे कोल की बन जाएगा 100, ठीक है। 100 साडे कोल बनता, तो ये ऑप्शन जी बिल्कुल सही है। नेक्स्ट है अल्जेब्रिक सम ऑफ डेविएशंस ऑफ x फ्रॉम मीन इज ऑलवेज 0, ठीक है। जिद्दां असीं क्वेश्चन जिहड़ा लास्ट कीता सी ये वाला जिहड़ा क्वेश्चन, हुण इहदे विच जिहड़ा असीं ये डेविएशंस मीन पहला फाइंड कीता सी 7, तो उस मीन तो हर एक नंबर की डेविएशन मतलब फर्क जिहड़ा वो सी कट लिया कितना है, पर इहदा असीं लिया मॉडुलस। अगर असीं इत्थे मॉडुलस ना लैंदे, सिंपली असीं xi माइनस कलर चेंज कर लेना xi माइनस एक्स बार असीं लिख दिंदे तां इह साडे कोल बनना सी 3 माइनस 7 माइनस 4, 10 माइनस 3 10 माइनस 7 3, 10 माइनस 7 3, 4 माइनस 7 माइनस 3, 7 माइनस 7 0, 10 माइनस 7 मतलब मीन माइनस कर रहे हैं आपां वैल्यूज़ दे विचों, ये 3, 5 माइनस 7 2, तो इहदे विच ऐड करके देखो इहदी वैल्यू साडे कोल 0 बनेगी। 4 3 माइनस 2 ये बन गया साडे कोल माइनस 9, और पॉजिटिव वैल्यूज जड़ियाँ 3 प्लस 3 तो 3 ये भी साडे कोल 9, तो 9 माइनस 9 इहदा जिहड़ा सम है वो साडे कोल 0 बन जाना सी, ठीक है। तो अलजेब्रिक सम जिहड़ा है मतलब मॉडुलस असीं नहीं लैंदे, वैसे अगर असीं डेविएशंस दा सम करिए तो साडे कोल हमेशा की हुंदा है 0 हुंदा है, ठीक है जी। तो इस सवाल का जिहड़ा साडे कोल आंसर है वो की हो जाएगा 0 हो जाएगा, ठीक है। नैक्सट क्वेश्चन है साडे कोल 15 इन अ ग्रुप ऑफ पीपल 50 स्पीक, ग्रुप है साडे कोल लोकां दा कुछ ना कुछ, उहदे विचों 50 स्पीक बोथ इंग्लिश एंड हिंदी, तो इहनूं असीं लिख लैंदे हैं जिहड़ा ई सैट मान लैंदे कि जिहड़े इंग्लिश बोलते हैं हिंदी जिहड़े एच बोलते हैं, ठीक है। तो नंबर ऑफ एलीमेंट्स इन ई इंटरसैक्शन एच, जिहड़े ई ते एच दी इंटरसैक्शन दा नंबर है साडे कोल, जिहड़े इंग्लिश भी बोलते हैं ते हिंदी भी बोलते हैं, उन्हां लोकां दी गिणती है 50। 30 पीपल स्पीक इंग्लिश बट नॉट हिंदी, तो 30 ਜਿਹੜੇ इंग्लिश बोलते हैं पर हिंदी नहीं बोलते, तो ये ਅਸੀਂ हिंदी माइनस कर देंगे साढ़े को 30 है, ठीक है। इनू ਅਸੀਂ NE इंटरसैक्शन H कॉम्प्लीमेंट V लिख सकते हैं, ये भी साढ़े को 30 आएगा। ओके, ऑल द पीपल स्पीक एट लीस्ट वन ऑफ द टू लैंग्वेजेस, द नंबर ऑफ पीपल स्पीक इंग्लिश इज व्हाट, तो मान लो ये साढ़े को सैट है इंग्लिश बोलने वाले का, ठीक है, और ये साढ़े को सैट है हिंदी बोलने वाले का, ठीक है। हुण ये जिहड़ी वैल्यू सानूं दित्ती हुई है इस पोर्शन की दोनों की इंटरसैक्शन जिहड़ा साडे कोल पोर्शन है ई इंटरसैक्शन एच, ठीक है। तो ई इंटरसैक्शन एच साडे कोल है 50। ओके, सैकेंड जो है कि वो लोग जिहड़े इंग्लिश बोलते पर हिंदी नहीं बोलते, तो ये सारे इंग्लिश वाले हो गए, ये विचों अगर ये हिंदी वाले असीं कढ दईए तो बाकी वाला पोर्शन साडे कोल जिहड़ा वो बचेगा, ठीक है। ये साडे कोल सैट बनता है ई माइनस एच, और इहदा नंबर सानूं दित्ता होया 30, तो 30 बंदे ने जिहड़े सिर्फ इंग्लिश बोलते हैं हिंदी नहीं बोलते, 50 बंदे ने जिहड़े हिंदी बोलते हैं तो इंग्लिश दोनों बोलते हैं। तो अगर ये असीं गल करनी है नंबर ऑफ पीपल स्पीक इंग्लिश जिहड़े इंग्लिश बोलते हैं तो साडे कोल टोटल आ जाएंगे, ठीक है। तो 30 प्लस 50 ये साडे कोल बनेगा 80। तो NE की जिहड़ी वैल्यू है वो साडे कोल है NE माइनस H जिहड़े सिर्फ इंग्लिश बोलते हैं तो जिहड़े इंग्लिश के नाल नाल हिंदी भी बोलते हैं, ठीक है। तो टोटल साडे कोल बन जाएगा 30 प्लस 50 इक्वल्स टू 80, ठीक है। तो A is the answer of this question. Next question is 16th question. A coin is tossed twice, then the probability that at least one tail occurs is what? ਹੁਣ अगर coin ਨੂੰ ਅਸੀਂ toss ਕਰਦੇ ਹਾਂ ਤਾਂ ਸਾਡੇ ਕੋਲ ਜੋ ਪਹਿਲਾਂ ਤੇ elementary events ਬਣਦੇ ਹੋ ਕੀ ਬਣਦੇ ਆ, head tail, tail head, tail, ठीक है। at least one tail ਦਾ ਮਤਲਬ ਘੱਟੋ ਘੱਟ ਇੱਕ tail ਤੋਂ ਦੋ ਵੀ ਹੋ ਸਕਦੀਆਂ ਨੇ, ਇਹ ਵੀ ਸਾਡੇ ਕੋਲ ਇੱਕ ਟੇਲ ਹੈ, ਇਹ ਵੀ ਇੱਕ ਟੇਲ ਹੈ, ਦੋ ਟੇਲ ਹੈ, तो ਤਿੰਨ ਜਿਹੜੇ ਇਵੈਂਟਸ ਨੇ ਇਸ ਇਵੈਂਟ ਦੇ ਵਿੱਚ ਇਸ ਸੈਂਪਲ ਸਪੇਸ ਵਿੱਚ ਤਿੰਨ ਐਲੀਮੈਂਟਰੀ ਇਵੈਂਟਸ ਜਿਹੜੇ ਉਹ ਫੇਵਰੇਬਲ ਨੇ ਸਾਡੇ, ਹੈ ਨਾ। ਸੋ ਦੈਨ ਦ ਪ੍ਰੋਬੇਬਿਲਿਟੀ ਐਟ ਲੀਸਟ ਵਨ ਟੇਲ ਅਕਰਸ, ਉਹ ਸਾਡੇ ਕੋਲ ਕੀ ਬਣੇਗੀ ਪ੍ਰੋਬੇਬਿਲਿਟੀ ਇਸ ਚੀਜ਼ ਦੀ 3/4, ਠੀਕ ਹੈ ਜੀ। तो ਇਹ ਆਪਸ਼ਨ ਜਿਹੜੀ ਬਿਲਕੁਲ ਇਹਦੇ ਵਿੱਚ ਸਹੀ ਹੈ ਸਾਡੇ ਕੋਲ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਸਾਡੇ ਕੋਲ the probability of the sure event is, ये तो सानू पता ही है, डेफिनेट इवेंट की जी probability हो 1 होंगी है, मैक्सिमम probability sure event जिहड़ा मतलब होना ही होना है, ठीक। 18th question, the probability that not getting a sum of 7 sum 7 in a single throw with a pair of dice, दो dice जिहड़े आपां सुੱਟਦੇ ਆ ਤਾਂ ਉਹਦੇ ਵਿੱਚ ਸਾਨੂੰ ਪਤਾ 36 ਜਿਹੜੀਆਂ टोटल आउटकम ਸਾਡੇ ਕੋਲ ਬਣਦੀਆਂ 1 1 ਬਣੇਗੀ 1 2 ਬਣੇਗੀ, ਇਸੇ ਢੰਗ ਦੇ ਨਾਲ ਕਰਦੇ ਕਰਦੇ ਲਾਸਟ ਸਾਡੇ ਕੋਲ ਇੱਥੇ 6,6 ਬਣੇਗੀ, ठीक है। ਇਹਦੇ ਵਿੱਚੋਂ ਕਿਸੇ ਦਾ ਸਮ ਜਿਹੜਾ ਜਿਵੇਂ 1 1 2 ਬਣਦਾ ਹੈ, ਕਿਤੇ 1 ਦਾ 2 1 2 3 ਬਣਦਾ ਹੈ,
तो ਅਸੀਂ ਇਹ ਦੇਖਣਾ ਕਿ 7 ਜੋੜ ਜਿਹੜਾ ਨਾ ਹੋਵੇ, ਸਮ 7 ਨਾ ਹੋਵੇ, probability of not getting a sum 7 in a single throw with the pair of dice। तो 7 ਸਮ ਆਏਗਾ ਕਦੋਂ ਕਦੋਂ? ਟੋਟਲ ਆਊਟਕਮ ਸਾਡੇ ਕੋਲ 36 ਹੈ, ਉਹਦੇ ਚ ਅਸੀਂ ਦੇਖ ਲੈਣੇ 7 ਕਦੋਂ ਕਦੋਂ ਬਣਦਾ ਹੈ। 7 ਸਾਡੇ ਕੋਲ ਬਣੇਗਾ ਜਦੋਂ ਫਰਸਟ ਡਾਈ ਤੇ ਸਾਡੇ ਕੋਲ 1 ਹੈ, ਸੈਕੰਡ ਤੇ 6 ਹੈ, 1,6 2,5 ਫਿਰ ਵੀ 7 ਬਣੇਗਾ, 3 ਦੇ ਨਾਲ 4 ਆਏਗਾ 7 ਬਣੇਗਾ, 4 ਦੇ ਨਾਲ 3 ਆਏਗਾ 7 ਬਣੇਗਾ, 5 ਦੇ ਨਾਲ 2 ਆਏਗਾ 7 ਬਣੇਗਾ, 6 ਦੇ ਨਾਲ 1 ਆਏਗਾ ਤਾਂ 7 ਬਣੇਗਾ। ਤਾਂ ਟੋਟਲ ਸਾਡੇ ਕੋਲ 6 ਜਿਹੜੀਆਂ ਫੇਵਰੇਬਲ ਆਊਟਕਮਸ ਹੈਗੀਆਂ ਨੇ, ਠੀਕ ਹੈ। तो 36 ਤੋਂ ਜੇਕਰ ਅਸੀਂ 6 ਮਾਈਨਸ ਕਰਦੇ ਹਾਂ, ਬਾਕੀ ਸਾਡੇ ਕੋਲ ਬਚ ਗਿਆ 30। ਇਹਦਾ ਮਤਲਬ 30 ਆਊਟਕਮਸ ਐਸੀਆਂ ਹੈ ਜਿਹਦੇ ਵਿੱਚ ਸਮ ਜਿਹੜਾ 7 ਨਹੀਂ ਆਏਗਾ। तो ਫੇਵਰੇਬਲ ਆਊਟਕਮਸ ਅਨੁਕੂਲ परिणाम ਉੱਪਰ ਤੇ ਟੋਟਲ ਆਊਟਕਮ ਜਿਹੜੀਆਂ 36 ਉਹ ਸਾਡੇ ਕੋਲ ਨੀਚੇ ਆ ਜਾਣਗੀਆਂ, ਠੀਕ ਹੈ। ਤਾਂ ਇਹਨੂੰ 6 ਨਾਲ ਅਸੀਂ ਡਿਵਾਈਡ ਕਰਦੇ ਹਾਂ ਤਾਂ 5/6 ਸਾਡੇ ਕੋਲ ਆਨਸਰ ਜਿਹੜਾ ਇਹਦਾ ਬਣ ਜਾਏਗਾ, ਠੀਕ ਹੈ। ਸੋ ਡੀ ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ, 18th ਦਾ ਡੀ ਹੈ, ਠੀਕ ਹੈ। नेक्स्ट है साडे कोल इफ अ कॉम्प्लेक्स नंबर z is purely imaginary then conjugate of z is what। ਹੁਣ ਅਗਰ ਸਾਡੇ ਕੋਲ conjugate ਕੀ ਹੁੰਦਾ, ਅਗਰ ਇਹ ਸਾਡੇ ਕੋਲ ਇੱਕ z plus iota z ਮੇਰੇ ਕੋਲ ਕੋਈ ਹੈ ਐਲੀਮੈਂਟ ਕੰਪਲੈਕਸ ਨੰਬਰ ਹੈ, तो conjugate ਇਹਦਾ ਮਤਲਬ z ਬਾਰ ਉਹ ਮੇਰੇ ਕੋਲ ਬਣੇਗਾ x minus iota y, ਠੀਕ ਹੈ। तो अगर ਜਿਵੇਂ ਕੁਐਸਚਨ ਦੇ ਵਿੱਚ ਕਿਹਾ ਗਿਆ ਕਿ purely imaginary ਹੈ, तो z equals to 0 plus iota b मान लो, ए b ਦੀ ਜਗ੍ਹਾ ਤੇ a ਦੀ ਵੈਲਿਊ 0 ਹੈ ਜਾਂ x ਦੀ ਵੈਲਿਊ 0 ਹੈ, ਠੀਕ ਹੈ। आयोटा बी तो जो ਇਹਦਾ ਕੰਜੂਗੇਟ ਮੈਂ ਲਿਖਾਂਗਾ ਉਹ ਕੀ ਬਣੇਗਾ ਮਾਈਨਸ ਆਇਓਟਾ ਬੀ, ਕਿਉਂਕਿ ਆਇਓਟਾ ਨੂੰ ਮਾਈਨਸ ਆਇਓਟਾ ਦੇ ਵਿੱਚ ਕਨਵਰਟ ਕਰਦੇ ਹਾਂ ਜਦੋਂ ਅਸੀਂ ਕੰਜੂਗੇਟ ਲਿਖਦੇ ਹਾਂ ਕਿਸੇ ਵੀ ਕੰਪਲੈਕਸ ਨੰਬਰ ਦਾ, ਠੀਕ ਹੈ। तो माइनस आयोटा बी ਜਿਹੜਾ ਹੈ z ਦੇ ਇਕੁਅਲ ਹੈ, तो z ਕੰਜੂਗੇਟ ਇਕੁਅਲਸ ਟੂ ਮਾਈਨਸ z, ਠੀਕ ਹੈ। तो ਇਹਦੇ ਵਿੱਚੋਂ ਸਾਡੇ ਕੋਲ ਇਹ ਆਪਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ, ਠੀਕ ਹੈ। 19 ਦਾ ਸਾਡੇ ਕੋਲ ਇਹ ਉੱਤਰ ਹੈ। ਇਸ ਤੋਂ ਬਾਅਦ ਲਾਸਟ ਕੁਐਸਚਨ ਹੈ ਸਾਡੇ ਕੋਲ, the product of 3 geometric means between 4 and 1/4 will be। ਮੰਨ ਲਓ ਕਿ ਸਾਡੇ ਕੋਲ ਜਿਹੜੀਆਂ ਜਿਓਮੈਟ੍ਰਿਕ ਮੀਨਸ ਨੇ ਇਹਦੇ ਵਿੱਚ 3, ਉਹ ਇੱਕ ਹੈਗੀ ਹੈ G1, ਦੂਸਰੀ G2 ਤੇ ਤੀਸਰੀ ਸਾਡੇ ਕੋਲ G3 ਹੈ ਤੇ ਚੌਥੀ ਸਾਡੇ ਕੋਲ ਹੈ 1/4। तो ਇਹ ਸਾਡੇ ਕੋਲ A ਦੀ ਵੈਲਿਊ ਤੇ 4 ਹੈ, तो ਸੈਕੰਡ ਜਿਹੜਾ ਸਾਡੇ ਕੋਲ ਅਗਰ A2 ਅਸੀਂ ਕੈਲਕੂਲੇਟ ਕਰਨਾ ਹੋਏਗਾ ਉਹ ਸਾਡੇ ਕੋਲ A into AR ਬਣੇਗਾ, ਠੀਕ ਹੈ। ਇਸੇ ਤਰ੍ਹਾਂ A3 ਥਰਡ ਐਲੀਮੈਂਟ ਅਸੀਂ ਕਾਊਂਟ ਕਰਨਾ ਹੋਏਗਾ, ਫਾਈਂਡ ਕਰਨਾ ਹੋਏਗਾ, ਉਹ AR ਸਕੁਆਰ ਬਣੇਗਾ। तो ਇਹਦੇ ਚ ਰੇਸ਼ੋ ਜਿਹੜੀ ਉਹ ਕਿੰਨੀ ਆਏਗੀ, ਉਹਦਾ ਸਾਡੇ ਕੋਲ ਫਾਰਮੂਲਾ ਹੁੰਦਾ ਜਿਓਮੈਟ੍ਰਿਕ ਮੀਨ ਦੇ ਵਿੱਚ ਜਦੋਂ ਅਸੀਂ ਕੈਲਕੂਲੇਟ ਕਰਦੇ ਹਾਂ, ਉਹ ਸਾਡੇ ਕੋਲ ਹੁੰਦਾ R equals to B upon A, B ਮਤਲਬ ਲਾਸਟ ਟਰਮ, A ਮਤਲਬ ਫਰਸਟ ਟਰਮ, ਇਹਨਾਂ ਦੇ ਵਿਚਕਾਰ ਜਿੰਨੀਆਂ ਵੀ ਅਸੀਂ ਟਰਮਸ ਇਨਸਰਟ ਕਰਨੀਆਂ ਉਹ ਅਲੱਗ ਗੱਲ ਹੈ, ਉਹ ਸਾਡੇ ਕੋਲ n+1 ਇਹ ਫਾਰਮੂਲਾ ਹੁੰਦਾ ਇੱਥੇ, ਠੀਕ ਹੈ। तो अगर ਸਾਡੇ ਕੋਲ ਦੋ ਟਰਮਸ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚ ਜਿਹੜੀ ਫਰਸਟ ਟਰਮ ਹੈ ਇਹ A ਹੈ ਔਰ ਜਿਹੜੀ ਲਾਸਟ ਟਰਮ ਹੈ ਇਹ ਸਾਡੇ ਕੋਲ B ਹੈ, तो R रेशो ਸਾਡੇ ਕੋਲ ਕੀ ਆ ਜਾਏਗੀ 1/4/4, ठीक है, रेज टू पावर 1/n। n ਸਾਡੇ ਕੋਲ ਹੈਗੀਆਂ ਨਾ ਨੰਬਰ ਆਫ ਟਰਮਸ ਵਿਚ ਵੀ ਵਾਂਟ ਟੂ ਇਨਸਰਟ ਬਿਟਵੀਨ 4 and 1/4, ठीक है। तो ये नंबर ऑफ टर्म ਸਾਡੇ ਕੋਲ 3 है, तो 3 + 1 आ जाएगा। तो ये ਸਾਡੇ ਕੋਲ 1/4 नीचे 4/1 रेसिप्रोकल नीचे वाले ਦਾ ਲਓਗੇ ਤੇ ਸਾਡੇ ਕੋਲ 1/16 बन जाएगा, 4 4 16 है ना, रेज टू पावर 1/4। तो 1/16 ਨੂੰ ਦਾ 4th रूट है ਜਿਹੜਾ ਉਹ ਕੀ ਬਣੇਗਾ 1/16 कैन बी रिटन एज 1/2 ਦਾ ਸਕੁਆਇਰ रेज टू पावर 4, सॉरी 1/2 रेज टू पावर 4, क्योंकि 2 रेज टू पावर 4 ਜਿਹੜਾ 16 बनता है 1/4 ਤੋਂ 4 ਦੇ ਨਾਲ 4 ਕੱਟਿਆ ਜਾਏਗਾ। तो कॉमन रेशियो ਜਿਹੜੀ ਹੈ ਉਹ ਸਾਡੇ ਕੋਲ ਬਣ ਜਾਂਦੀ ਹੈ 1/2, ठीक है। तो कॉमन रेशियो अगर ਸਾਡੇ ਕੋਲ 1/2 है तो फर्स्ट ਜਿਹੜੀ टर्म है ਸਾਡੇ ਕੋਲ ਉਹ 4 है, ਸੈਕੰਡ ਟਰਮ ਜਿਹੜੀ ਹੈ ਸਾਡੇ ਕੋਲ 4 ਨੂੰ ਅਸੀਂ 1/2 ਦੇ ਨਾਲ ਮਲਟੀਪਲਾਈ ਕਰ ਦਾਂਗੇ, ਇਹ ਸਾਡੇ ਕੋਲ ਬਣ ਜਾਏਗੀ 2। तो थर्ड फिर टर्म फाइंड ਕਰਨ ਦੇ ਲਈ 2 ਨੂੰ ਅਸੀਂ 1/2 ਨਾਲ ਮਲਟੀਪਲਾਈ ਕਰ ਦਾਂਗੇ, ਸਾਡੇ ਕੋਲ 1 ਬਣ ਜਾਏਗੀ। ਫਿਰ ਅਸੀਂ 1 ਨੂੰ 1/2 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ ਜਿਹੜੀ ਫੋਰਥ ਟਰਮ ਬਣ ਜਾਏਗੀ 1/2। ਫਿਰ ਅਸੀਂ 1/2 ਨੂੰ 1/2 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ 1/4 ਹੋ ਜਾਏਗਾ, ਠੀਕ ਹੈ। ਇਹਦੇ ਵਿੱਚ ਇਹ ਸਾਡੇ ਕੋਲ ਕਾਮਨ ਰੇਸ਼ੋ ਹੈ, ਜਿਵੇਂ ਅਸੀਂ ਜੀਪੀ ਦੇ ਵਿੱਚ ਰੇਸ਼ੋ ਨੂੰ ਮਲਟੀਪਲਾਈ ਕਰਦੇ ਰਹਿੰਦੇ ਹਾਂ, ਅਗਲੀ ਟਰਮ ਸਾਡੇ ਕੋਲ ਜਿਹੜੀ ਉਹ ਬਣਦੀ ਰਹਿੰਦੀ ਹੈ, ਠੀਕ ਹੈ। तो ਇਸ ਢੰਗ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਜਿਹੜੀਆਂ ਵੈਲਿਊਜ਼ ਬਣੀਆਂ ਨੇ 4 ਦੇ ਵਿਚਕਾਰ ਜਿਹੜੀਆਂ 3 ਜਿਓਮੈਟ੍ਰਿਕ ਮੀਨਸ ਆਈਆਂ ਨੇ, ਉਹ ਇੱਕ ਸਾਡੇ ਕੋਲ 2 ਆਈ ਹੈ, ਇੱਕ 1 ਆਈ ਹੈ, ਇੱਕ 1/2 ਆਈ ਹੈ ਤੇ ਇੱਕ ਸਾਡੇ ਕੋਲ 1/4 ਆਈ ਹੈ, ਠੀਕ ਹੈ। तो ਇਹ ਸਾਡੇ ਕੋਲ ਤਿੰਨਾਂ ਦਾ ਪ੍ਰੋਡਕਟ ਜਿਹੜਾ ਸਾਨੂੰ ਪੁੱਛਿਆ ਗਿਆ, ठीक है। द प्रोडक्ट ऑफ 3 जियोमेट्रिक मीन्स बिटवीन 4 and 1/4। तो ये ਇਹਨਾਂ ਤਿੰਨਾਂ ਦਾ ਪ੍ਰੋਡਕਟ ਅਗਰ ਅਸੀਂ ਦੇਖਦੇ ਹਾਂ ਤਾਂ ਬਹੁਤ ਈਜ਼ੀਲੀ ਤੁਸੀਂ ਕਰ ਸਕਦੇ ਹੋ, 2 × 1 × 1/2, 2 ਦੇ ਨਾਲ 2 ਕੈਂਸਲ ਹੋ ਗਿਆ ਤਾਂ ਆਨਸਰ ਸਾਡੇ ਕੋਲ 1 ਆ ਗਿਆ, ਠੀਕ। So the product of 3 geometric means between 4 and 1/4 will be 1, ठीक है। तो D is the right answer, ठीक है जी।
तो ये साडे कोल टोटल 20 क्वेश्चन ने, उन्हां दे आंसर्स जिहड़े सोल्यूशन भी हल्के फुल्के, उन्हां दे हिंट की ट्रिक्स ने किवें किवें आपां इन्हां नूं चैक करना, वो सारा आपां डिस्कस कीता है। आई होप हर एक क्वेश्चन जिहड़ा तुहानूं समझ जरूर आया होएगा। थोड़ा ज़्यादा डिटेल च नहीं मैं गया क्योंकि साडे कोल टेस्ट है, तो एक तरह दे नाल रिवीजन है। अगर ये तुसीं सारा सिलेबस इहदे चों गो थ्रू होए हो कीता है, तो तुहानूं टर्म ਜਿਹੜੀਆਂ चीज़ां ਉਹ ਪਹਿਲਾਂ पता होणीਆਂ ਚਾਹੀਦੀਆਂ ਨੇ। फिर भी कुछ ना कुछ मैं हर एक कोशिश कीती है हर एक क्वेश्चन ਦੇ ਵਿੱਚ ਤੁਹਾਨੂੰ ਉਹ ਬੇਸਿਕ ਜਿਹੜਾ ਨਾਲ ਦੱਸਾਂ, एक्चुअली भी ਉਹਦੇ 'ਚ है ਕੀ, ਭਾਵੇਂ थोड़ा तेज ही दसा। ठीक है, तो वीडियो देखने तो बाद कोई भी अगर डाउट है किते, कोई भी क्वेरीज हैगियां ने, तो वो तुसी पूछ सकते हो नीचे कमेंट बॉक्स ਦੇ ਵਿੱਚ, ਜਾਂ WhatsApp ਤੇ कांटेक्ट करके डाउट दस सकते हो, या किते कोई मिस्टेक लगती है वो भी दस सकते हो। ठीक है स्टूडेंट्स, तो मिलते हैं इस तो बाद फिर किते नैक्सट वीडियो ਦੇ ਵਿੱਚ। थैंक यू सो मच लास्ट तक वीडियो देखने के लिए बहुत धन्यवाद।